मोहे मार्ग पावो कर कृपा मोहे मार्ग पावो साध संगत में अंचल लावो साध संगत में अंचल लावो कर कृपा मोहे मार्ग पावो कर कृपा मोहे मार्ग पावो साध संगत के अंचल लावो साध संगत के अंचल लावो कर कृपा मोहे मार्ग पावो कर कृपा मोहे मार्ग पावो क्यों मिली नबी अविनाशी तोहे नगरी आवे तिस स्यों नगरी आवे तिस स्यों क्यों मिलिए नबी अविनाशी तोहे क्यों मिलिए नबी अविनाशी तोहे कर कृपा मोहे मार्ग पावो कर कृपा मोहे मार्ग पावो साध संगत के अंचल लावो साध संगत के अंचल लावो कर कृपा मोहे मार्ग पावो कर कृपा ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਯਾਤਰਾ ਦੇ ਦੌਰਾਨ ਅਸੀਂ ਸਾਰੇ ਇਸ ਸਮੇਂ ਸ੍ਰੀ ਹਰਗੋਬਿੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਸੰਗਤਾਂ ਦਰਸ਼ਨ ਲਈ ਪਹੁੰਚੀਆਂ ਨੇ। ਇਹ ਉਹ ਸਥਾਨ ਹੈ ਜਿੱਥੇ ਲਗਭਗ 6 ਮਹੀਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਰਹੇ ਆ ਔਰ ਦੂਸਰਾ ਭਾਰੀ ਜੰਗ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਕੀਤਾ। ਇਸ ਧਰਤੀ ਤੇ 6 ਮਹੀਨੇ ਰਹਿ ਕੇ ਸਤਿਗੁਰੂ ਜੀ ਨੇ ਬੜੇ ਕੌਤਕ ਕੀਤੇ ਆ। ਇੱਕ ਇੱਕ ਕੌਤਕ ਦਾ ਜ਼ਿਕਰ ਕਰੀਏ ਤੇ ਬੜਾ ਲੰਮਾ ਸਮਾਂ ਲੱਗੇਗਾ। ਇਸ ਸਥਾਨ ਦੇ ਉੱਤੇ ਸਤਿਗੁਰੂ ਜੀ ਨੇ ਲੰਮਾ ਸਮਾਂ ਰਹਿ ਕੇ ਸਿੱਖ ਸੰਗਤਾਂ ਨੂੰ ਦਰਸ਼ਨ ਦਿੱਤੇ ਆ। ਸਿੱਖ ਸੰਗਤਾਂ ਦੀਆਂ ਇੱਛਾਵਾਂ ਭਾਵਨਾਵਾਂ ਸਤਿਗੁਰੂ ਜੀ ਨੇ ਪੂਰੀਆਂ ਕੀਤੀਆਂ ਔਰ ਧੰਨ ਬਾਬਾ ਬੁੱਢਾ ਸਾਹਿਬ ਜੀ ਜਦੋਂ ਇਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਹਾਦਰ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਕਿ ਨਾਮ ਰੱਖੀਏ ਇਸ ਨਗਰ ਦਾ। ਤਾਂ ਬਾਬਾ ਬੁੱਢਾ ਸਾਹਿਬ ਨੇ ਫਿਰ ਇਸ ਨਗਰ ਦਾ ਨਾਮ 6ਵੇਂ ਪਾਤਸ਼ਾਹ ਦੇ ਨਾਮ ਉੱਤੇ ਰੱਖਿਆ ਸ੍ਰੀ ਹਰਗੋਬਿੰਦਪੁਰ। ਕਾਗਜ਼ਾਂ ਦੇ ਵਿੱਚ ਅੱਜ ਵੀ ਇਸ ਇਲਾਕੇ ਨੂੰ ਸ਼ਹਿਰ ਦਾ ਦਰਜਾ ਪ੍ਰਾਪਤ ਹੈ। ਇਸ ਇਲਾਕੇ ਨੂੰ ਸ਼ਹਿਰ ਕਿਹਾ ਜਾਂਦਾ ਹੈ
ਅੱਗੇ ਵਿੱਚ ਅੱਗੇ ਜਾ ਕੇ ਅਸੀਂ ਸ਼ਹਿਰ ਦੇ ਵੀ ਦਰਸ਼ਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਾਧ ਸੰਗਤ ਕੈ ਅੰਚਲ ਸਾਧ ਸੰਗਤ ਕੈ ਅੰਚਲ ਕਰ ਕਿਰਪਾ ਕਿਉਂ ਕਰੀਏ ਮਿਥਿਆ ਸੰਸਾਰ ਕਿਉਂ ਕਰੀਏ ਮਿਥਿਆ ਸੰਸਾਰ ਸਤਿਗੁਰ ਮੋਹਿਤ ਪਾਵੈ ਪਾਰ। ਇਸ ਸਮੇਂ ਅਸੀਂ ਬਾਬਾ ਜਾਨੀ ਸ਼ਾਹ ਜੀ ਦੇ ਅਸਥਾਨ ਦੇ ਉੱਤੇ ਆਏ ਹਾਂ, ਉੱਥੋਂ ਦੇ ਦਰਸ਼ਨ ਕਰ ਰਹੇ ਹਾਂ। ਜਾਨੀ ਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਪਰਮੇਸ਼ਰ ਦੇ ਮਿਲਾਪ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚੇ ਸਨ। ਇਸ ਸਥਾਨ ਉੱਤੇ ਦਿਨ ਰਾਤ ਹੀ ਉਹ ਬੈਠੇ ਰਹਿੰਦੇ ਸਨ। ਇੱਕੋ ਹੀ ਨਾਰਾ ਸੀ, ਜਾਨੀ ਕੋ ਜਾਨੀ ਸੇ ਮਿਲਾ ਦੋ, ਜਾਨੀ ਕੋ ਜਾਨੀ ਸੇ ਮਿਲਾ ਦੋ। ਰਿੱਧੀਆਂ ਸਿੱਧੀਆਂ ਨੂੰ, ਧਨ ਦੌਲਤ ਮਾਇਆ ਨੂੰ, ਹਰ ਚੀਜ਼ ਨੂੰ ਤਿਆਗਿਆ। ਗੁਰੂ ਜੀ ਨੇ ਕਈ ਲਾਲਚ ਉਹਨਾਂ ਨੂੰ ਦਿੱਤੇ ਪਰਖਣ ਵਾਸਤੇ, ਪਰ ਉਹਨਾਂ ਨੇ ਇੱਕੋ ਹੀ ਗੱਲ ਰੱਖੀ, ਜਾਨੀ ਕੋ ਜਾਨੀ ਸੇ ਮਿਲਾ ਦੋ। ਉਸ ਸਮੇਂ ਨਾਲ ਹੀ ਇੱਥੇ ਦਰਿਆ ਸੀਗਾ। ਸਤਿਗੁਰੂ ਜੀ ਨੇ ਕਿਹਾ ਵੀ ਜੇ ਪਰਮਾਤਮਾ ਨੂੰ ਮਿਲਣਾ ਤੇ ਦਰਿਆ ਵਿੱਚ ਛਾਲ ਮਾਰ ਦੇ। ਜਾਨੀ ਖਾਂ ਜੀ ਨੇ ਦਰਿਆ ਵਿੱਚ ਛਾਲ ਲਾ ਦਿੱਤੀ ਸੀਗੀ। ਫਿਰ ਗੁਰੂ ਸਾਹਿਬ ਜੀ ਨੇ ਕਢਾ ਕੇ ਸਿਰ ਤੇ ਹੱਥ ਰੱਖ ਕੇ ਪਰਮੇਸ਼ਰ ਨਾਲ ਮਿਲਾਪ ਕਰਾਇਆ। ਉਹਨਾਂ ਦੀ ਯਾਦ ਵਿੱਚ ਇਹ ਸਥਾਨ ਸ਼ੋਭਾਇਮਾਨ ਹੈ। ਅਸੀਂ ਸਾਰੀਆਂ ਸੰਗਤਾਂ ਨੇ ਇਸ ਸਥਾਨ ਦੇ ਦਰਸ਼ਨ ਕੀਤੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵੈ ਪਾਰ ਕਰ ਕਿਰਪਾ ਮਾਰਗ ਪਾਵੈ ਕਰ ਕਿਰਪਾ ਮਾਰਗ ਪਾਵੈ ਸਾਧ ਸੰਗਤ ਕੈ ਅੰਚਲ ਲਾਵੋ ਸਾਧ ਸੰਗਤ ਕੈ ਅੰਚਲ ਲਾਵੋ ਕਰ ਕਿਰਪਾ ਮਾਰਗ ਪਾਵੋ। ਪਵਨ ਝੁਲਾਰੇ ਮਾਇਆ ਦੇ ਪਵਨ ਝੁਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਬਿਰਸੇ ਹਰ ਕੇ ਭਗਤ। ਇਸ ਸਮੇਂ ਅਸੀਂ ਮੰਜੀ ਸਾਹਿਬ ਦੇ ਵਾਲੇ ਸਥਾਨ ਤੇ ਹਾਂ ਤੇ ਜੋ ਇੱਥੋਂ ਦੇ ਸ਼ਹਿਰ ਵਾਸੀਆਂ ਵੱਲੋਂ ਇਹ ਗੱਲ ਦੱਸੀ ਜਾਂਦੀ ਹੈ ਕਿ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਭ ਤੋਂ ਪਹਿਲਾਂ ਇਸ ਰੋਹੇਲੇ ਪਿੰਡ ਵਿੱਚ ਆਏ ਸਨ ਤੇ ਇੱਕ ਪਾਸਿਓਂ ਇਹ ਪਿੰਡ ਵਸਦਾ ਸੀ, ਤਿੰਨ ਪਾਸਿਓਂ ਨਹੀਂ ਸੀ ਵਸਦਾ। ਤੇ ਗੁਰੂ ਸਾਹਿਬ ਸਭ ਤੋਂ ਪਹਿਲਾਂ ਇਸ ਜਗ੍ਹਾ ਆ ਕੇ ਬੈਠੇ ਸੀਗੇ। ਇੱਥੇ ਆ ਕੇ ਬੈਠ ਕੇ ਮਹਾਰਾਜ ਨੇ ਫਿਰ ਫੁਰਨਾ ਬਣਾਇਆ ਸੀ ਵੀ ਇੱਥੇ ਸ਼ਹਿਰ ਵਸਾਉਣਾ ਹੈ ਅਸੀਂ, ਤੇ ਇਸ ਜਗ੍ਹਾ ਨੂੰ ਮੰਜੀ ਸਾਹਿਬ ਕਿਹਾ ਜਾਂਦਾ।
ਸਭ ਤੋਂ ਪਹਿਲਾਂ ਮਹਾਰਾਜ ਨੇ ਇੱਥੇ ਆ ਕੇ ਚਰਨ ਪਾਏ ਆ। ਇੱਥੇ ਹੀ ਗੁਰੂ ਸਾਹਿਬ ਰਾਤ ਰਹਿੰਦੇ ਸੀਗੇ। ਇੱਥੇ ਹੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਕੋਲ ਰਾਤ ਰਹੇ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਤੇ ਰਸੇ ਹਰ ਸੰਗ ਤੇ ਰਹਿਤ ਹਰ ਸੰਗ ਤੇ ਤੇਰੇ ਉੱਪਰ ਆਪ ਰਖਵਾ ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਅਸੀਂ ਧਰਮਸ਼ਾਲਾ ਗ੍ਰੰਥੀਆਂ ਸ੍ਰੀ ਹਰਗੋਬਿੰਦਪੁਰ ਦੇ ਦਰਸ਼ਨ ਕਰ ਰਹੇ ਹਾਂ। ਇਹ ਵੀ ਸਥਾਨ ਪੁਰਾਤਨ ਹੈ। ਇੱਥੇ ਸਤਿਗੁਰੂ ਜੀ ਦੀਵਾਨ ਸਜਾਉਂਦੇ ਸਨ। ਪਹਿਲਾਂ ਅਸੀਂ ਮੰਜੀ ਸਾਹਿਬ ਦੇ ਦਰਸ਼ਨ ਕੀਤੇ। ਉੱਥੇ ਸਤਿਗੁਰੂ ਜੀ ਰਾਤ ਨੂੰ ਆਰਾਮ ਕਰਦੇ ਸਨ, ਦਿਨੇ ਇੱਥੇ ਦੀਵਾਨ ਸਜਾਉਂਦੇ ਸਨ। ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਸਾਰਿਆਂ ਨੇ ਖਲੋ ਕੇ ਇਸ ਨਗਰ ਦਾ ਨਾਮ ਸ੍ਰੀ ਹਰਗੋਬਿੰਦਪੁਰ ਰੱਖਿਆ। ਇੱਥੇ ਮਹਾਰਾਜ ਜੀ ਨੇ ਗੁਰਬਾਣੀ ਦੀ ਵਿੱਦਿਆ ਪ੍ਰਚਲਿਤ ਕੀਤੀ ਸੀ। ਸਤਿਗੁਰੂ ਜੀ ਦੇ ਜਾਣ ਤੋਂ ਬਾਅਦ ਇੱਥੇ ਹੀ ਇੱਥੋਂ ਦੇ ਸੇਵਾਦਾਰਾਂ ਵੱਲੋਂ ਸਤਿਗੁਰੂ ਜੀ ਦੇ ਸਾਜਿਆਂ ਹੋਇਆਂ ਵੱਲੋਂ ਇਸ ਜਗ੍ਹਾ 'ਤੇ ਸਾਹਿਤ ਲਿਖਿਆ ਜਾਂਦਾ ਤੇ ਨਾਲ ਗ੍ਰੰਥੀ ਸਿੰਘਾਂ ਦੀ ਤਿਆਰੀ ਕੀਤੀ ਜਾਂਦੀ। ਜਿੰਨਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਇੱਥੇ ਰਹੇ ਆ, ਇਸ ਜਗ੍ਹਾ ਸਤਿਗੁਰੂ ਜੀ ਦੀਵਾਨ ਸਜਾਉਂਦੇ ਸਨ। ਪਿਛਲਾ ਜਿਹੜਾ ਮੇਰੇ ਪਿੱਛੇ ਸਥਾਨ ਹੈ, ਇਹ ਸਤਿਗੁਰੂ ਜੀ ਦਾ ਪੁਰਾਤਨ ਸਥਾਨ ਹੈ। ਵਾਹਿਗੁਰੂ ਜੀ ਕਾ ਖਾਲਸਾ ਜਗ੍ਹਾ ਆਪਾਂ ਪਿੱਛੇ ਵੇਖ ਰਹੇ ਹਾਂ, ਇਹ ਸ਼ਾਹ ਮਾਨੇ ਦੀ ਜਗ੍ਹਾ ਹੈ। ਇਹ ਮੁਸਲਮਾਨ ਫਕੀਰ ਸੀਗਾ ਉਸ ਸਮੇਂ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਸ਼ਹਿਰ ਵਸਾਇਆ ਤੇ ਫਿਰ ਸ਼ਾਹ ਮਾਨੇ ਨੇ ਮਹਾਰਾਜ ਨੂੰ ਬੇਨਤੀ ਕੀਤੀ ਵੀ ਮਹਾਰਾਜ ਮੈਨੂੰ ਸ਼ਹਿਰ ਦੇ ਵਿੱਚ ਹੀ ਰਹਿ ਲੈਣ ਦਿਓ, ਕਿਉਂਕਿ ਮਹਾਰਾਜ ਨੇ ਤੁਰਕਾਂ ਦਾ ਨਾਸ਼ ਕੀਤਾ ਸੀ। ਇਹ ਵੀ ਤੁਰਕ ਸੀ। ਇਹਨੇ ਫਿਰ ਮਹਾਰਾਜ ਨੂੰ ਬੇਨਤੀ ਕੀਤੀ ਵੀ ਮਹਾਰਾਜ ਮੈਨੂੰ ਸ਼ਹਿਰ ਦੇ ਵਿੱਚ ਥਾਂ ਦਿਓ, ਮੈਂ ਵੀ ਤੁਹਾਡੇ ਸ਼ਹਿਰ 'ਚ ਹੀ ਰਹਿਣਾ ਚਾਹੁੰਦਾ। ਫਿਰ ਮਹਾਰਾਜ ਨੇ ਉਸ ਫਕੀਰ ਨੂੰ ਇੱਥੇ ਥਾਂ ਦਿੱਤੀ ਸੀਗੀ। ਇਹ ਸ਼ਾਹ ਮਾਨਾ ਫਕੀਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਅਸੀਂ ਗੁਰੂ ਕੀ ਮਸਜਿਦ ਖਲੋਤੇ ਹਾਂ। ਇੱਥੇ ਭਗਵਾਨ ਦਾਸ ਕੇਰੜ ਦਾ ਘਰ ਸੀਗਾ ਤੇ ਗੁਰੂ ਸਾਹਿਬ ਨੇ ਫਿਰ ਉਹਦੇ ਘਰ ਨੂੰ ਨੇਸ ਤੋਂ ਨਬੂਦ ਕਰਕੇ ਇੱਥੇ ਮਸਜਿਦ ਬਣਾਈ ਸੀ ਵੀ ਜੇ ਤੁਰਕ ਮੁਗਲ ਉਹਦਾ ਸਾਥ ਦੇਣ ਵੀ ਉਹਦਾ ਘਰ ਦੁਬਾਰਾ ਬਣਵਾਉਣਾ ਚਾਹਣ ਤੇ ਪਹਿਲਾਂ ਆਪਣੀ ਮਸਜਿਦ ਢਵਾਉਣਗੇ, ਤੇ ਮਸਜਿਦ ਉਹਨਾਂ ਢਵਾਉਣੀ ਨਹੀਂ ਸੀ। ਇਹ ਉਹਦੀ ਮਹਾਰਾਜ ਨੇ ਦਰਸ਼ਨੀ ਡਿਓੜੀ ਬਣਵਾਈ ਸੀ ਗੁਰੂ ਹਰਗੋਬਿੰਦ ਸਾਹਿਬ ਨੇ। ਬਾਬਾ ਵਿਸ਼ਵਕਰਮਾ ਜੀ ਆਪ ਆਏ ਸੀ ਸਰੀਰ ਧਾਰਨ ਕਰਕੇ ਜਦੋਂ ਉਹਨਾਂ ਬਣਾਇਆ। ਇਹ ਦਰਸ਼ਨੀ ਡਿਓੜੀ ਆ ਤੇ ਆਹ ਚਾਰ ਦੀਵਾਰੀ ਸੀਗੀ ਮਸਜਿਦ ਦੀ, ਵਿੱਚ ਉੱਥੇ ਮਸਜਿਦ ਵਿੱਚ ਇੱਕ ਖੂਹ ਆ। ਇੱਧਰੋਂ ਹੀ ਇਸੇ ਰਾਹ ਤੋਂ ਆਪਾਂ ਹੁਣ ਜੋੜੇ ਲਾ ਕੇ ਲੰਘਣਾ ਸਾਰਿਆਂ ਨੇ। ਇਸੇ ਰਾਹ ਤੋਂ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਜੀ, ਭਾਈ ਬੁੱਢੀ ਚੰਦ ਜੀ, ਭਾਈ ਗੋਪਾਲਾ ਜੀ, ਸਾਰੇ ਇਸੇ ਰਾਹ ਦੇ ਇਸੇ ਡਿਓੜੀ ਨੂੰ ਪਾਰ ਕਰਕੇ ਸਾਹਮਣੇ ਮਸਜਿਦ 'ਚ ਗਏ ਸੀ। ਥੋੜਾ ਜਿਹਾ ਅੱਗੇ ਤੁਰਾਂਗੇ ਵਿਹੜਾ ਆ ਜਾਏਗਾ ਮਸਜਿਦ ਦਾ। ਉੱਥੇ ਫਿਰ ਮਹਾਰਾਜ ਖਲੋ ਗਏ, ਬਾਬਾ ਬੁੱਢਾ ਜੀ ਖਲੋ ਗਏ। ਫਿਰ ਬਾਬਾ ਜੀ ਨੇ ਪੁੱਛਿਆ ਵੀ ਮਹਾਰਾਜ ਤੁਸੀਂ ਇਹ ਮਸਜਿਦ ਕਿਉਂ ਬਣਵਾਈ ਹੈ? ਫਿਰ ਗੁਰੂ ਸਾਹਿਬ ਨੇ ਸਾਰਾ ਕਾਰਨ ਦੱਸਿਆ ਉਸ ਵਿਹੜੇ 'ਤੇ ਖਲੋ ਕੇ। ਆ ਜਾਓ ਆਪਾਂ ਉਹਦੇ ਦਰਸ਼ਨ ਕਰੀਏ।
ਗੁਰਦੁਆਰਾ ਪੁੱਲ ਪੁਖਤਾ ਸਾਹਿਬ ਉਸ ਜਗ੍ਹਾ ਦਰਸ਼ਨ ਦੀਦਾਰ ਕਰ ਰਹੇ ਹਾਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਜਗ੍ਹਾ ਚਰਨ ਪਾਏ। ਕੁਝ ਵਿਦਵਾਨ ਦੱਸਦੇ ਹਨ ਕਿ ਇੱਥੇ ਇੱਕ ਨੱਚਣ ਗਾਉਣ ਵਾਲੀ ਬੀਬੀ ਰਹਿੰਦੀ ਸੀਗੀ, ਜਿਹਨੇ ਆਪਣਾ ਵੱਖਰਾ ਵੇਈ ਨਦੀ ਨੂੰ ਪਾਰ ਕਰਨ ਲਈ ਪੁੱਲ ਬਣਾਇਆ ਸੀ, ਜਿਹਨੂੰ ਪੁੱਲ ਪੁਖਤਾ ਕਹਿੰਦੇ ਆ। ਗੁਰੂ ਸਾਹਿਬ ਜੀ ਨੇ ਇਸ ਪੁੱਲ 'ਤੇ ਵੀ ਚਰਨ ਪਾਏ, ਕੁਝ ਵਿਦਵਾਨ ਦੱਸਦੇ ਹਨ। ਸਤਿਗੁਰੂ ਜੀ ਨੇ ਜਿਸ ਜਗ੍ਹਾ ਆ ਕੇ ਘੋੜਾ ਬੰਨਿਆ, ਅੱਜ ਵੀ ਪੁੱਲ ਪੁਖਤਾ ਸਾਹਿਬ ਉਹ ਨਿਸ਼ਾਨੀ ਜਿਹੜੀ ਹੈ ਉਸ ਬਾਇਮਾਨ ਹੈ। ਔਰ ਇਸ ਜਗ੍ਹਾ ਮਹਾਰਾਜ ਨੇ ਉਸ ਬੀਬੀ ਨੂੰ ਉਪਦੇਸ਼ ਦੇ ਕੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜਾਂ ਹੋਏ ਕਿਰਪਾ